हेलो। हेलो हेलो, हाँ जी सर। हाँ आवाज जी आ रही है ना सर। सर? हाँ आ रही है जी, सुन पा रहे हो? मैंने भी सुन पा रहे हो? ठीक है मेरी बात? हाँ हाँ जी, हाँ जी। गुड आफ्टरनून टू ऑल स्टूडेंट्स, माय कोलीग्स। ਅੱਜ ਦਾ ਜਿਹੜਾ ਟੌਪਿਕ ਹੈ, ਕੱਲ ਅਸੀਂ ਕੀਤਾ ਸੀਗਾ ਲੌਜਿਕ ਗੇਟਸ ਤੇ ਪ੍ਰੈਕਟੀਕਲ ਦਾ ਥੋੜਾ ਪਰਫਾਰਮ ਕੀਤਾ ਸੀ ਕਿ ਲੌਜਿਕ ਗੇਟਸ ਜਿਹੜੇ ਪ੍ਰੈਕਟੀਕਲੀ ਕਿਵੇਂ ਵਰਕ ਕਰਦੇ ਆ। ਉਹਦਾ ਅਸੀਂ ਪਾਰਟ 1 ਕੀਤਾ ਸੀਗਾ। ਅੱਜ ਅਸੀਂ ਇਹਦਾ ਪਾਰਟ 2 ਕਰਨ ਜਾ ਰਹੇ ਹਾਂ। ਕੁਝ ਜਿਹੜੇ ਤਿੰਨ ਬੇਸਿਕ ਲੌਜਿਕ ਗੇਟ ਸੀਗੇ, ਜਿਵੇਂ ਔਰ ਗੇਟ, ਐਂਡ ਗੇਟ ਤੇ ਨਾਟ ਗੇਟ, ਜਿਹੜੇ ਅਸੀਂ ਕੱਲ ਪਰਫਾਰਮ ਕੀਤੇ ਸੀਗੇ। ਸੋ ਅਸੀਂ ਅੱਜ ਦਾ ਜਿਹੜਾ ਨੈਕਸਟ ਪਾਰਟ ਹੈ, ਸੈਕੰਡ ਪਾਰਟ ਹੈ, ਉਹਨੂੰ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਕਿ ਅੱਜ ਜੋ ਅਸੀਂ ਡਿਸਕਸ ਕਰਾਂਗੇ, ਉਸ ਤੋਂ ਪਹਿਲਾਂ ਜੋ ਕੋਵਿਡ-19 ਬਾਰੇ ਆ, ਮਿਸ਼ਨ ਫਤਿਹ ਦੀ ਗੱਲ ਅਸੀਂ ਹਮੇਸ਼ਾ ਹੀ ਕਰਦੇ ਹਾਂ ਕਿ ਉਹਦੇ ਬਾਰੇ ਸਾਰੇ ਆਲਰੇਡੀ ਅਵੇਅਰ ਹੈ। ਸੋ ਇੱਕ ਵੀਡੀਓ ਕਲਿੱਪ ਹੈ, ਸੋ ਪਲੀਜ਼ ਥੋੜਾ ਇਹਨੂੰ ਦੇਖ ਲਈਏ। ਠੀਕ ਹੈ, ਨੈਕਸਟ ਚਲਦੇ ਹਾਂ। ਅੱਜ ਦਾ ਜੋ ਸਾਡਾ ਕੰਟੈਂਟਸ ਜੋ ਅਸੀਂ ਪੜ੍ਹਨਾ ਹੈ, ਉਹਦੇ ਲੌਜਿਕ ਗੇਟਸ ਬਾਰੇ, ਲੌਜਿਕ ਗੇਟਸ ਦੇ ਜਿਹੜੇ ਅਸੀਂ ਪ੍ਰੈਕਟੀਕਲੀ ਕਿਵੇਂ ਜਿਹੜੇ ਆ ਇਹ ਪਰਫਾਰਮ ਕਰਦੇ ਆ, ਉਹਨਾਂ ਨੂੰ ਪਰਫਾਰਮ ਕਰਾਂਗੇ। ਤਿੰਨ ਜਿਹੜੇ ਬੇਸਿਕ ਗੇਟ ਸੀਗੇ, ਇਹ ਅਸੀਂ ਕੱਲ ਪਰਫਾਰਮ ਕੀਤੇ ਸੀਗੇ, ਔਰ ਗੇਟ, ਐਂਡ ਗੇਟ ਤੇ ਨੋਟ ਗੇਟ। ਅਸੀਂ ਕੱਲ ਇਹਨਾਂ ਦੀ ਪਰਫਾਰਮ ਕਰਕੇ ਦੇਖਿਆ ਸੀਗਾ ਕਿ ਪ੍ਰੈਕਟੀਕਲੀ ਕਿਵੇਂ ਵਰਕ ਕਰਦੇ ਆ। ਸੋ ਅਸੀਂ ਅੱਜ ਨੈਕਸਟ ਜਿਹੜੇ ਗੇਟ ਕਰਨੇ ਆ ਲੌਜਿਕ ਗੇਟ, ਉਹ ਕਰਾਂਗੇ ਨੈਂਡ ਗੇਟ ਕਰਾਂਗੇ, ਫਿਰ ਨੌਰ ਗੇਟ ਕਰਾਂਗੇ, ਐਕਸਓਰ ਗੇਟ ਕਰਾਂਗੇ, ਜਿਹਨੂੰ ਅਸੀਂ ਫੁੱਲ ਫਾਰਮ ਦੇ ਵਿੱਚ ਐਕਸਕਲੂਸਿਵ ਔਰ ਗੇਟ ਕਹਿੰਦੇ ਆ, ਔਰ ਲਾਸਟ ਜੋ ਹੈ ਉਹ ਅਸੀਂ ਕਰਾਂਗੇ ਐਕਸ ਨੌਰ ਗੇਟ। ਸੋ ਇਹਦੇ ਬਾਰੇ ਸਭ ਤੋਂ ਪਹਿਲਾਂ ਕਿ ਨੌਰ ਗੇਟ ਬਾਰੇ ਮੈਂ ਰੀਕਾਲ ਕਰ ਦਿੰਦਾ ਕਿ ਨੌਰ ਗੇਟ ਕੀ ਹੁੰਦਾ। ਇਹ ਮੈਂ ਆਲਰੇਡੀ ਇੱਕ ਥਿਊਰੀ ਦਾ ਇੱਕ ਲੈਕਚਰ ਲਿਆ ਸੀਗਾ, ਉਹਦੇ ਵਿੱਚ ਸਾਰੇ ਗੇਟ ਜਿਹੜੇ ਉਹ ਮੈਂ ਡਿਸਕਸ ਕਰ ਚੁੱਕਾ, ਬਟ ਫਿਰ ਰੀਕਾਲ ਕਰ ਲੈਣੇ ਇੱਕ ਵਾਰੀ ਨੌਰ ਗੇਟ ਨੂੰ। ਜੋ ਨੌਰ ਗੇਟ ਹੈ, ਉਹਦੀਆਂ ਦੋ ਜਾਂ ਦੋ ਤੋਂ ਜ਼ਿਆਦਾ ਇਨਪੁਟਸ ਹੁੰਦੀਆਂ ਨੇ। ਨੌਰ ਗੇਟ ਤੋਂ ਪਹਿਲਾਂ ਅਸੀਂ ਨੈਂਡ ਗੇਟ ਨੂੰ ਕਰ ਲੈਂਦੇ ਆ। ਨੈਂਡ ਗੇਟ ਤੇ ਨੌਰ ਗੇਟ ਇੱਕ ਤਰ੍ਹਾਂ ਦੇ ਯੂਨੀਵਰਸਲ ਗੇਟਸ ਹੁੰਦੇ ਨੇ। ਇਹ ਦੋਨੋਂ ਇੱਕ ਤਰ੍ਹਾਂ ਦੇ ਯੂਨੀਵਰਸਲ ਗੇਟਸ ਹੁੰਦੇ ਨੇ। ਯੂਨੀਵਰਸਲ ਗੇਟਸ ਉਹ ਹੁੰਦੇ ਨੇ ਜਿਨ੍ਹਾਂ ਗੇਟਸ ਤੋਂ ਅਸੀਂ, ਮੰਨ ਲਓ ਸਾਡੇ ਕੋਲ ਨੈਂਡ ਗੇਟ ਆ ਤੇ ਨੌਰ ਗੇਟ, ਇਹ ਦੋ ਤਰ੍ਹਾਂ, ਦੋਨੋਂ ਗੇਟ ਕੀ ਨੇ? ਯੂਨੀਵਰਸਲ। ਯੂਨੀਵਰਸਲ ਮੀਨਸ ਕਿ ਇਹਨਾਂ ਗੇਟ ਨੂੰ ਅਸੀਂ ਯੂਜ਼ ਕਰਦੇ ਹੋਏ ਅਦਰ ਗੇਟਸ ਵਜੋਂ ਕੰਮ ਲੈ ਸਕਦੇ ਹਾਂ। ਜਿਵੇਂ ਕਿ ਨੈਂਡ ਗੇਟ ਨੂੰ ਅਸੀਂ ਐਜ਼ ਏ ਨੌਰ ਗੇਟ ਵੀ ਯੂਜ਼ ਕਰ, ਸੌਰੀ ਐਂਡ ਗੇਟ ਯੂਜ਼ ਕਰ ਸਕਦੇ ਹਾਂ, ਔਰ ਗੇਟ ਯੂਜ਼ ਕਰ ਸਕਦੇ ਹਾਂ। ਜੇ ਸਾਡੇ ਕੋਲ ਔਰ ਗੇਟ ਨਹੀਂ ਹੈ ਤੇ ਅਸੀਂ ਨੈਂਡ ਗੇਟ ਜੇ ਸਾਡੇ ਕੋਲ ਹੈਗਾ ਤੇ ਅਸੀਂ ਪਰਫਾਰਮ ਉਹਨੂੰ ਕਰ ਸਕਦੇ ਹਾਂ ਐਜ਼ ਏ ਨੈਂਡ, ਐਂਡ ਗੇਟ, ਨੋਟ ਗੇਟ, ਔਰ ਗੇਟ। ਇਹ ਜਿਹੜੇ ਅਸੀਂ ਪਹਿਲਾਂ ਹੀ ਐਕਸਪਲੇਨ ਕਰ ਚੁੱਕਾ ਮੈਂ ਤੁਹਾਨੂੰ ਥਿਓਰੇਟਿਕਲੀ। ਸੋ ਨੈਂਡ ਗੇਟ ਤੇ ਨੌਰ ਗੇਟ ਨੂੰ ਪਹਿਲਾਂ ਦੇਖਦੇ ਹਾਂ ਕਿ ਨੈਂਡ ਗੇਟ ਕੀ ਹੈ। ਨੈਂਡ ਗੇਟ ਦੇ ਵਿੱਚ ਸਾਡੇ ਕੋਲ ਦੋ ਜਾਂ ਦੋ ਤੋਂ ਜ਼ਿਆਦਾ ਇਨਪੁਟਸ ਹੁੰਦੇ ਨੇ। ਇੱਥੇ ਮੈਂ ਦੋ ਇਨਪੁਟ ਸ਼ੋ ਕੀਤੇ ਨੇ, ਇੱਕ ਏ ਔਰ ਬੀ, ਔਰ ਇਹਦੀ ਜਿਹੜੀ ਆਉਟਪੁੱਟ ਹੈ, ਜਿਹੜੀ ਇਹਦੀ ਆਉਟਪੁੱਟ ਵਾਈ ਨਾਲ ਅਸੀਂ ਡੀਨੋਟ ਕੀਤਾ। ਇਨਪੁੱਟ ਇਹਦੇ ਜਿਹੜੇ ਏ ਤੇ ਬੀ, ਏ ਤੇ ਬੀ ਨਾਲ ਡੀਨੋਟ ਕੀਤਾ। ਇਹਦੀ ਆਉਟਪੁੱਟ ਕੀ ਆਉਂਦੀ ਹੈ? ਦੇਖੋ ਵਾਈ ਜਿਹੜੀ ਆਉਟਪੁੱਟ ਜਿਹੜੀ ਇਹਦੀ ਆ ਉਹ ਕੀ ਹੁੰਦੀ ਹੈ? ਏ ਤੇ ਏ ਡਾਟ ਬੀ, ਜਾਂ ਏਦਾਂ ਕਰ ਸਕਦੇ ਆ ਏ ਐਂਡ ਡਾਟ ਦਾ ਮਤਲਬ ਇੱਥੇ ਐਂਡ, ਏ ਐਂਡ ਬੀ ਦਾ ਕੰਪਲੀਮੈਂਟ। ਮੀਨਸ ਕਿ ਇਹਦੇ ਵਿੱਚ ਕੀ ਹੁੰਦਾ? ਆਉਟਪੁੱਟ ਸਾਨੂੰ ਕਦੋਂ ਹਾਈ ਮਿਲ, ਦੇਖੋ ਆਊਟ, ਜੇ ਇਨਪੁਟਸ ਜਿਹੜੀਆਂ ਸਾਡੀਆਂ ਹਾਈ ਹੋਣਗੀਆਂ ਤਾਂ ਆਉਟਪੁੱਟ ਸਾਨੂੰ ਜਿਹੜੀ ਆ ਉਹ ਲੋ ਮਿਲੇਗੀ। ਇਫ ਆਲ ਇਨਪੁਟਸ ਆਰ ਹਾਈ, ਜੇ ਇਹਦੀਆਂ ਸਾਰੀਆਂ ਇਨਪੁਟਸ ਹਾਈ ਹੋਣਗੀਆਂ, ਮੰਨ ਲਓ ਦੋਨੋਂ ਹਾਈ ਹੋਣਗੀਆਂ, ਜੇ ਏ ਵੀ ਹਾਈ ਹੈ ਤੇ ਬੀ ਵੀ ਹਾਈ ਹੈ ਤੇ ਸਾਨੂੰ ਆਉਟਪੁੱਟ ਇੱਥੇ ਕੀ ਮਿਲਣੀ ਆ? ਲੋ ਮਿਲਣੀ ਆ।
ਜੇ ਅਸੀਂ ਆਊਟਪੁੱਟ ਇਹਦੀ ਹਾਈ ਲੈਣੀ ਆ, ਜੇ ਮੰਨ ਲਓ ਅਸੀਂ ਇਹਦੀ ਆਊਟਪੁੱਟ ਹਾਈ ਲੈਣੀ ਆ, ਤੇ ਸਾਨੂੰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਇਨਪੁੱਟ ਜ਼ਰੂਰ ਲੋ ਕਰਨੀ ਪੈਣੀ ਆ। ਅਸੀਂ ਆਊਟਪੁੱਟ ਹਾਈ ਲੈਣ ਲਈ A ਜਾਂ B ਦੇ ਵਿੱਚੋਂ ਕੋਈ ਇੱਕ, ਘੱਟੋ ਘੱਟ ਕੋਈ ਇੱਕ ਜਿਹੜੀ ਇਨਪੁੱਟ ਹੈ ਉਹ ਜ਼ਰੂਰ ਸਾਨੂੰ ਲੋ ਕਰਨੀ ਪੈਣੀ ਆ। ਇਸ ਕਰਕੇ ਸਾਡੀ ਜਿਹੜੀ ਆਊਟਪੁੱਟ ਆ ਜਿਹੜੀ ਹੈ ਹਾਈ ਆਏਗੀ। ਉਹ ਇੱਕ ਵੀ ਲੋ ਹੋ ਸਕਦੀ ਹੈ, ਮੰਨ ਲਓ ਅਸੀਂ ਦੋਨੋਂ ਲੋ ਕਰ ਦਾਂਗੇ ਫਿਰ ਵੀ ਸਾਡੇ ਕੋਲ ਆਊਟਪੁੱਟ ਜਿਹੜੀ ਇਹਦੀ ਹਾਈ ਆਉਂਦੀ ਆ। ਜਾਂ ਅਸੀਂ ਪਹਿਲੀ ਨੂੰ ਲੋ ਕਰ ਦਈਏ, ਦੂਸਰੀ ਹਾਈ ਕਰ ਦਈਏ, ਫਿਰ ਵੀ ਸਾਡੇ ਕੋਲ ਆਊਟਪੁੱਟ ਹਾਈ ਆਏਗੀ। ਫੋਰ ਐਗਜ਼ਾਮਪਲ ਅਸੀਂ ਪਹਿਲੀ ਨੂੰ ਹਾਈ ਕਰ ਦਿੰਦੇ ਆ, ਦੂਸਰੀ ਤੇ ਲੋ ਕਲੌਕ ਪਲਸ ਅਪਲਾਈ ਕਰਦੇ ਆ, ਫਿਰ ਵੀ ਸਾਡੇ ਕੋਲ ਆਊਟਪੁੱਟ ਜਿਹੜੀ ਇਹਦੀ ਹਾਈ ਆਉਂਦੀ ਹੈ ਨੈਂਡ ਗੇਟ ਦੀ। ਬਟ ਜਦੋਂ ਦੋਨੋਂ 0-0 ਹੋ ਜਾਣ, ਦੋਨਾਂ ਤੇ ਲੋ ਹੋਏ, ਫਿਰ ਸਾਡੇ ਕੋਲ ਆਊਟਪੁੱਟ ਹਾਈ ਨਹੀਂ ਆਉਂਦੀ, ਫਿਰ ਸਾਡੇ ਕੋਲ ਆਊਟਪੁੱਟ ਲੋ ਹੀ ਆਉਂਦੀ ਹੈ। ਇਸੇ ਤਰ੍ਹਾਂ ਇਹਨਾਂ ਟਰੂਥ ਟੇਬਲ ਦੇ ਵਿੱਚ ਸ਼ੋ ਕੀਤਾ ਹੋਇਆ ਵਾ ਕਿ ਆਊਟਪੁੱਟ ਸਾਡੇ ਕੋਲ ਲੋ ਆ ਰਹੀ ਹੈ ਓਨਲੀ ਜਿੱਥੇ ਦੋਨੋਂ ਇਨਪੁਟਸ ਸਾਡੇ ਕੋਲ ਕੀ ਨੇ, ਹਾਈ ਹੈ। ਇਹਦਾ ਮਤਲਬ ਦੋਨੋਂ ਇਨਪੁਟਸ ਹਾਈ ਹੈ, ਆਊਟਪੁੱਟ ਉਦੋਂ ਹੀ ਹਾਈ ਹੋਣੀ ਹੈ ਘੱਟੋ ਘੱਟ ਇੱਕ ਸਾਡੇ ਕੋਲ ਇਨਪੁਟ ਜਿਹੜੀ ਆ ਲੋ ਹੋਣੀ ਜ਼ਰੂਰੀ ਹੈ। ਜਿਵੇਂ ਕਿ ਇੱਥੇ A ਲੋ ਹੈਗੀ ਆ, B ਵੀ ਲੋ ਹੈ, ਦੋਨੋਂ ਲੋ ਹੈ ਤਾਂ ਆਊਟਪੁੱਟ ਸਾਡੇ ਕੋਲ ਹਾਈ ਆ ਰਹੀ ਹੈ। ਫਿਰ ਹਾਈ ਕਦੋਂ ਆਏਗੀ? ਦੇਖੋ ਸੈਕਿੰਡ ਟਾਈਮ ਫਿਰ ਹਾਈ ਆ ਰਹੀ ਹੈ ਜਦੋਂ ਪੋਸਿਬਿਲਿਟੀ ਆ ਗਈ ਕਿ A ਨੂੰ ਅਸੀਂ ਲੋਅਰ ਕੀਤਾ ਹੋਇਆ ਔਰ B ਨੂੰ ਅਸੀਂ ਹਾਈ ਕੀਤਾ ਹੋਇਆ। ਇਹਦੇ ਵਿੱਚ ਇੱਕ ਲੋ ਹੈ, A ਲੋ ਹੈ ਤੇ ਆਊਟਪੁੱਟ ਜਿਹੜੀ ਇਹਦੀ ਹਾਈ ਆ ਜਾਏਗੀ। ਇਹਦੇ ਵਿੱਚ ਸਾਡੇ ਕੋਲ ਇਹ ਵਾਲੀ ਪੋਸਿਬਿਲਿਟੀ ਦੇ ਵਿੱਚ ਕੀ ਹੈ, ਸਾਡੇ ਕੋਲ B ਇਨਪੁੱਟ ਜਿਹੜੀ ਸਾਡੀ ਉਹ ਲੋ ਹੈ ਤੇ ਆਊਟਪੁੱਟ ਫਿਰ ਸਾਡੇ ਕੋਲ ਹਾਈ ਆ ਰਹੀ ਹੈ। ਪਰ ਲਾਸਟ ਵਾਲੀ ਜਿਹੜੀ ਪੋਸਿਬਿਲਿਟੀ ਹੈ ਉਹ ਦੋਨਾਂ ਦੇ ਵਿੱਚ ਕੀ ਹੈ, ਆਊਟਪੁੱਟ ਜਿਹੜੀ ਹਾਈ ਹੈ ਸੋ ਆਊਟਪੁੱਟ ਜਿਹੜੀ ਹੈ ਉਹ ਲੋ ਆ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਆਊਟਪੁੱਟ ਹਾਈ ਲੈਣ ਲਈ ਨੈਂਡ ਗੇਟ ਦੇ ਵਿੱਚ ਆਊਟਪੁੱਟ ਨੂੰ ਹਾਈ ਲੈਣ ਲਈ ਘੱਟੋ ਘੱਟ ਸਾਨੂੰ ਇੱਕ ਇਨਪੁੱਟ ਜਿਹੜੀ ਉਹ ਲੋ ਰੱਖਣੀ ਪਵੇਗੀ। ਸੋ ਅਸੀਂ ਇਸ ਨੂੰ ਪ੍ਰੈਕਟੀਕਲੀ ਥੋੜਾ ਪਰਫਾਰਮ ਕਰਕੇ ਦੇਖ ਲੈਂਦੇ ਹਾਂ। ਨੈਂਡ ਗੇਟ ਦੀ ਅਸੀਂ ਗੱਲ ਕਰ ਰਹੇ ਹਾਂ। ਅਸੀਂ ਨੈਂਡ ਗੇਟ ਲੈ ਲਿਆ, ਇਹ ਨੈਂਡ ਗੇਟ ਦਾ ਸਿੰਬਲ ਹੈ ਕਿ ਐਂਡ ਗੇਟ ਦੀ ਤਰ੍ਹਾਂ ਹੀ ਹੁੰਦਾ। ਇੱਕ ਇਹਦੇ ਵਿੱਚ ਇੱਕ ਬੱਬਲ ਲੱਗਾ ਹੁੰਦਾ, ਇਹਨੂੰ ਕਹਿੰਦੇ ਆ ਬੱਬਲ। ਬੱਬਲ ਨੇ ਕੀ ਕਰਨਾ ਹੁੰਦਾ? ਬੱਬਲ ਨੇ ਮਤਲਬ ਇਨਵਰਟ ਕਰਨਾ ਹੁੰਦਾ ਕਿ ਜਿਵੇਂ ਐਂਡ ਗੇਟ ਹੀ ਹੈ, ਐਂਡ ਗੇਟ ਦੇ ਅੱਗੇ ਇੱਕ ਬੱਬਲ ਲਾ ਦਿੱਤਾ ਜਾਂਦਾ। ਐਕਚੁਅਲ ਦੇ ਵਿੱਚ ਇਹ ਦੋ ਗੇਟਸ ਤੋਂ ਬਣਦਾ, ਇੱਕ ਐਂਡ ਗੇਟ ਤੋਂ ਤੇ ਦੂਸਰਾ ਨੋਟ ਗੇਟ ਤੋਂ। ਹੁਣ ਇਹਨਾਂ ਤੇ ਅਸੀਂ ਇਨਪੁੱਟ ਅਪਲਾਈ ਕਰਦੇ ਹਾਂ। ਇਨਪੁੱਟ ਫੋਰ ਐਗਜ਼ਾਮਪਲ ਅਸੀਂ ਟੌਗਲ ਸਵਿਚ ਨਾਲ ਅਪਲਾਈ ਕਰ ਦਿੰਦੇ ਹਾਂ। ਇੱਥੋਂ ਮੈਂ ਦੋ ਸਵਿਚਜ਼ ਲੈ ਲੈਣਾ ਔਰ ਇੱਕ ਆਊਟਪੁੱਟ ਲਈ ਅਸੀਂ ਇੱਕ ਲੈਂਪ ਲੈ ਲੈਂਦੇ ਹਾਂ ਜਿਹਦੇ ਥਰੂ ਅਸੀਂ ਆਊਟਪੁੱਟ ਇਹਦੇ ਚੈੱਕ ਕਰਨੇ ਆ। ਹੁਣ ਇਹ ਮੈਂ ਜਿਹੜਾ ਐਂਡ ਗੇਟ ਹੈ ਇਹ ਮੈਂ ਲਿਆ ਆ ਟੂ ਇਨਪੁੱਟਸ ਐਂਡ ਨੈਂਡ ਗੇਟ, ਨੈਂਡ ਗੇਟ ਹੈ ਇਹ ਜਿਹੜਾ ਨੈਂਡ ਗੇਟ ਆ। ਇਹ ਮੈਂ ਆਲਰੇਡੀ ਦੱਸਿਆ ਕਿ ਨੈਂਡ ਗੇਟ ਦੀਆਂ ਜਿਹੜੀਆਂ ਇਨਪੁੱਟਸ ਹੈ ਉਹ ਦੋ ਜਾਂ ਦੋ ਤੋਂ ਜ਼ਿਆਦਾ ਹੋ ਸਕਦੀਆਂ ਨੇ, ਬਟ ਆਊਟਪੁੱਟ ਹਮੇਸ਼ਾ ਹੀ ਇੱਕ ਹੁੰਦੀ ਹੈ। ਇਹਦੇ ਵਿੱਚ ਜਿਹੜੀ ਇਨਪੁੱਟ ਹੈ ਦੋ ਹੈਗੀਆਂ ਨੇ। ਇਹਨਾਂ ਦੇ ਕਨੈਕਸ਼ਨ ਕਰੀਏ ਤਾਂ ਅਸੀਂ ਦੇਖਦੇ ਹਾਂ, ਇਹਨਾਂ ਦੇ ਅਸੀਂ ਕਨੈਕਸ਼ਨ ਕਰਦੇ ਹਾਂ। ਆ ਜਿਹੜੀ ਇਹਦੀ ਆਊਟਪੁੱਟ ਹੈ ਇਹ ਅਸੀਂ ਬੱਲਬ ਦੇ ਨਾਲ ਕਨੈਕਟ ਕਰਦੇ ਹਾਂ। ਜਦੋਂ ਅਸੀਂ ਇਹਨੂੰ ਹੁਣ ਦੇਖ ਰਹੇ ਹਾਂ ਇਸ ਟਾਈਮ ਤੇ ਸਾਡੇ ਕੋਲ ਦੋਨੋਂ ਸਵਿਚਜ਼ ਔਨ ਸਟੇਟ ਦੇ ਵਿੱਚ ਹੈ। ਦੋਨੋਂ ਸਵਿਚਜ਼ ਜਿਹੜੇ ਆ ਇਨਪੁੱਟ ਜਿਹੜੀਆਂ ਦੋਨੋਂ ਹੀ ਔਨ ਸਟੇਟ ਦੇ ਵਿੱਚ ਨੇ। ਦੋਨੋਂ ਹੀ ਔਨ ਸਟੇਟ ਦੇ ਵਿੱਚ ਮਤਲਬ ਕੀ ਹੈ ਕਿ ਇਹਦਾ ਟਰੂਥ ਟੇਬਲ ਦੇ ਵਿੱਚ ਹੁੰਦਾ ਸੀ ਆਊਟਪੁੱਟ ਸਾਨੂੰ ਹਾਈ ਉਦੋਂ ਮਿਲਦੀ ਹੈ ਜਦੋਂ ਕੋਈ ਇੱਕ ਵੀ ਇਨਪੁੱਟ ਸਾਡੇ ਕੋਲ ਹਾਈ ਮਿਲੇ, ਜਾਂ ਦੋਨੋਂ ਹੀ ਜਾਂ ਆਲ ਇਨਪੁੱਟਸ ਜਿਹੜੀਆਂ ਇਹਦੀਆਂ ਉਹ ਹਾਈ ਹੋਣ ਜਾਂ ਸੌਰੀ ਲੋ ਹੋਣ। ਹੁਣ ਦੇਖੋ ਇਹਦੇ ਵਿੱਚ ਦੋਨੋਂ ਇਨਪੁੱਟਸ ਜਿਹੜੀਆਂ ਕੀ ਨੇ, ਹਾਈ ਨੇ। ਜਦੋਂ ਦੋਨੋਂ ਇਨਪੁੱਟਸ ਹਾਈ ਹੈ ਤਾਂ ਆਊਟਪੁੱਟ ਲੋ ਆਣੀ ਆ। ਹਾਈ ਕਦੋਂ ਆਣੀ ਹੈ? ਜਦੋਂ ਘੱਟੋ ਘੱਟ ਇੱਕ ਇਨਪੁੱਟ ਲੋ ਹੋ ਜਾਏ। ਹੁਣ ਮੈਂ ਪਹਿਲੀ ਇਨਪੁੱਟ ਨੂੰ ਲੋ ਕਰਦਾ ਤੇ ਆਊਟਪੁੱਟ ਸਾਡੀ ਕੀ ਆ ਗਈ? ਹਾਈ ਆ ਗਈ। ਹੁਣ ਦੁਬਾਰਾ ਤੋਂ ਮੈਂ ਦੋਨਾਂ ਨੂੰ ਹਾਈ ਕਰਦਾ ਤਾਂ ਫਿਰ ਆਊਟਪੁੱਟ ਸਾਡੀ ਲੋ ਆ ਰਹੀ ਹੈ। ਸੈਕਿੰਡ ਨੂੰ ਮੈਂ ਲੋ ਕਰ ਦਿੰਦਾ, ਸੈਕਿੰਡ ਨੂੰ ਲੋ ਕਰਦਾ, ਇਹਦਾ ਮਤਲਬ ਇੱਕ ਲੋ ਹੋ ਗਈ ਤਾਂ ਆਊਟਪੁੱਟ ਸਾਡੀ ਜਿਹੜੀ ਆ ਉਹ ਕੀ ਆ ਜਾਏਗੀ? ਹਾਈ ਆਏਗੀ।
ਹੁਣ ਮੈਂ ਦੋਨਾਂ ਨੂੰ ਲੋ ਕਰ ਦੇਣਾ ਤੇ ਫਿਰ ਵੀ ਆਊਟਪੁੱਟ ਹਾਈ ਆਏਗੀ। ਆਊਟਪੁੱਟ ਹਾਈ ਆ ਰਹੀ ਹੈ, ਆਊਟਪੁੱਟ ਹਾਈ ਆ ਰਹੀ ਹੈ ਜਦੋਂ ਤੱਕ ਘੱਟੋ ਘੱਟ ਇਨਪੁਟਸ ਜਿਹੜੀਆਂ ਕਿਸ ਸਟੇਟ ਦੇ ਵਿੱਚ ਨੇ, ਲੋ ਸਟੇਟ ਦੇ ਵਿੱਚ ਨੇ। ਜੇ ਅਸੀਂ ਦੋਨੋਂ ਹਾਈ ਕਰਾਂਗੇ ਤੇ ਫਿਰ ਹੀ ਸਾਡੀ ਜਿਹੜੀ ਆਊਟਪੁੱਟ ਆ ਉਹ ਕੀ ਆਏਗੀ, ਲੋ ਆਏਗੀ। ਹੁਣ ਇਹ ਮੈਂ 3 ਇਨਪੁਟਸ ਨਾਲ ਬਣਾਉਣ ਲੱਗਿਆ, 3 ਇਨਪੁਟਸ ਇੱਥੇ ਅਪਲਾਈ ਕਰ ਦਿੰਦੇ ਆ। ਇਸ ਤੇ ਅਸੀਂ 3 ਇਨਪੁਟਸ ਅਪਲਾਈ ਕਰ ਦਿੰਦੇ ਆ। ਜਦੋਂ ਅਸੀਂ ਇੱਥੇ 3 ਇਨਪੁਟ ਅਪਲਾਈ ਕੀਤੀਆਂ ਤੇ ਤੀਸਰੀ ਤੇ ਵੀ ਅਸੀਂ ਇੱਕ ਇਨਪੁਟ ਜਿਹੜਾ ਟੌਗਲ ਸਵਿਚ ਨਾਲ ਲਗਾ ਲੈਂਦੇ ਆ। ਆ ਤਿੰਨਾਂ ਤੇ ਇਨਪੁਟ ਜਿਹੜੀ ਆ ਉਹ ਅਪਲਾਈ ਕਰ ਦਿੱਤੀ ਅਸੀਂ। ਹੁਣ ਦੇਖੋ ਹੁਣ ਵੀ ਬਲਬ ਜਿਹੜਾ ਗਲੋ ਕਰ ਰਿਹਾ, ਬਲਬ ਗਲੋ ਕਰ ਰਿਹਾ ਮੀਨਸ ਹੈ ਕਿ ਜਿਹੜੀ ਆਊਟਪੁੱਟ ਹੈ ਉਹ ਸਾਡੀ ਆ ਰਹੀ ਹੈ। ਕਿਉਂ ਆ ਰਹੀ ਹੈ? ਕਿਉਂਕਿ ਸਾਡੇ ਕੋਲ ਸਾਰੀਆਂ ਇਨਪੁਟਸ ਹਾਈ ਨਹੀਂ ਹੈਗੀਆਂ। ਸਾਡੇ ਕੋਲ ਸਾਰੀ ਇਨਪੁਟਸ ਹਾਈ ਨਹੀਂ ਹੈ। ਸਾਡੇ ਕੋਲ ਜਦੋਂ ਸਾਰੀ ਇਨਪੁਟਸ ਹਾਈ ਹੋਣਗੀਆਂ ਫਿਰ ਹੀ ਸਾਡੀ ਇਹਦੀ ਆਊਟਪੁੱਟ ਲੋ ਆਉਂਦੀ ਹੈ, ਅਦਰਵਾਈਜ਼ ਸਾਡੇ ਕੋਲ ਆਊਟਪੁੱਟ ਜਿਹੜੀ ਹਾਈ ਆਏਗੀ। ਹੁਣ ਇਹਦੇ ਵਿੱਚ 2 ਇਨਪੁਟਸ ਜਿਹੜੀਆਂ ਉਹ ਲੋ ਹੈਗੀਆਂ ਨੇ। ਹੁਣ ਜਦੋਂ ਮੈਂ ਤਿੰਨਾਂ ਨੂੰ ਹਾਈ ਕਰਾਂਗਾ ਤਾਂ ਫਿਰ ਸਾਡੀ ਜਿਹੜੀ ਆਊਟਪੁੱਟ ਕੀ ਹੋਗੀ, ਲੋ ਹੋਗੀ। ਇਹਨਾਂ ਚੋਂ ਮੈਂ ਇੱਕ ਨੂੰ ਵੀ ਆਫ ਕਰ ਦਿੰਨਾ, ਇੱਕ ਨੂੰ ਵੀ ਲੋ ਕਰ ਦਿੰਨਾ, ਤਿੰਨਾਂ ਦੇ ਵਿੱਚੋਂ ਇੱਕ ਨੂੰ ਵੀ ਲੋ ਕਰ ਦਿੰਨਾ ਤੇ ਦੇਖੋ ਆਊਟਪੁੱਟ ਜਿਹੜੀ ਆ ਉਹ ਲੋ ਆ ਜਾਏਗੀ। ਤਿੰਨਾਂ ਨੂੰ ਵੀ ਲੋ ਕਰ ਦਾਂਗੇ ਫਿਰ ਵੀ ਆਊਟਪੁੱਟ ਜਿਹੜੀ ਆ ਉਹ ਹਾਈ ਆਏਗੀ। ਆਊਟਪੁੱਟ ਹਾਈ ਕਦੋਂ ਆਉਂਦੀ ਹੈ? ਜਦੋਂ ਸਾਰੀਆਂ ਇਨਪੁਟਸ ਹਾਈ ਹੋਣ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਇਨਪੁਟ ਹਾਈ ਹੋ ਜੇ ਤੇ ਆਊਟਪੁੱਟ ਜਿਹੜੀ ਸਾਡੀ ਉਹ ਹਾਈ ਆਉਂਦੀ ਹੈ। ਤੇ ਲੋ ਕਦੋਂ ਆਏਗੀ? ਜਦੋਂ ਸਾਰੀਆਂ ਹੀ ਇਨਪੁਟਸ ਜਿਹੜੀਆਂ ਉਹ ਲੋ ਹੋਣਗੀਆਂ। ਜਦੋਂ ਸਾਰੀਆਂ ਇਨਪੁਟਸ ਹਾਈ ਹੋਣਗੀਆਂ ਤਾਂ ਆਊਟਪੁੱਟ ਜਿਹੜੀ ਇਹਦੀ ਉਹ ਲੋ ਆਏਗੀ। ਸੋ ਇਸ ਨੂੰ ਨੈਂਡ ਗੇਟ ਨੂੰ ਕਲੌਕ ਪਲਸਸ ਨਾਲ ਅਸੀਂ ਚੈੱਕ ਕਰਦੇ ਹਾਂ ਕਿ ਇਦਾਂ ਤੇ ਕਲੌਕ ਪਲਸ ਅਪਲਾਈ ਕਰਦੇ ਹਾਂ, ਜੋ ਕਿ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਅਸੀਂ ਕਲੌਕ ਪਲਸਸ ਨੂੰ ਅਪਲਾਈ ਕਰਕੇ ਚੱਲਦੇ ਹਾਂ। ਇਹ 2 ਇਨਪੁਟਸ ਦਾ ਨੈਂਡ ਗੇਟ ਹੈ। ਇੱਕ ਅਸੀਂ ਆਊਟਪੁੱਟ ਜਿਹਦੇ ਅਕ੍ਰੋਸ ਲੈਣੀ ਆ ਉਹ ਅਸੀਂ ਇੱਕ ਬਲਬ ਲੈ ਲੈਂਦੇ ਆ, ਇਹਦੇ ਕਨੈਕਸ਼ਨ ਕਰ ਦਿੰਦੇ ਆ ਕਿ ਆ ਇਨਪੁਟ ਤੇ ਅਸੀਂ 2 ਇਨਪੁਟਸ ਹੈਗੀਆਂ, ਦੋਨਾਂ ਤੇ ਅਸੀਂ ਕਲੌਕ ਪਲਸ ਅਪਲਾਈ ਕੀਤੀ। ਹੁਣ ਦੇਖੋ ਇਸ ਟਾਈਮ ਕੀ ਹੋ ਰਿਹਾ, ਮੈਂ ਦੂਜੀ ਹੱਲੇ ਅਪਲਾਈ ਨਹੀਂ ਕੀਤੀ ਪਰ ਇਹਦੇ ਵਿੱਚ ਹੁੰਦਾ ਕੀ ਹੈ ਨੈਂਡ ਗੇਟ ਦੇ ਵਿੱਚ ਵੀ ਕੋਈ ਵੀ ਇੱਕ ਵੀ ਇਨਪੁਟ ਲੋ ਹੋ ਜੇ, ਇੱਕ ਵੀ ਇਨਪੁਟ ਲੋ ਹੋ ਜੇ ਤੇ ਆਊਟਪੁੱਟ ਜਿਹੜੀ ਸਾਡੀ ਹਾਈ ਆਉਣੀ ਆ। ਹੁਣ ਅਸੀਂ ਦੇਖਾਂਗੇ ਕਿ ਜਦੋਂ ਆ ਦੇਖੋ ਲੋ ਹੁੰਦਾ, ਆ ਬਲੂ ਸਾਈਨ ਜਿਹੜਾ ਹੈ ਇਹ ਕੀ ਹੈ, ਹਾਈ ਹੈ, ਵਾਈਟ ਵਾਲਾ ਲੋ ਹੈ। ਜਦੋਂ ਲੋ ਹੁੰਦਾ ਤਾਂ ਬਲਬ ਗਲੋ ਕਰ ਰਿਹਾ, ਜਦੋਂ ਵੀ ਲੋ ਹੁੰਦਾ ਇਹ ਤੇ ਬਲਬ ਜਿਹੜਾ ਗਲੋ ਕਰ ਰਿਹਾ, ਤਾਂ ਮਤਲਬ ਜਦੋਂ ਇਨਪੁੱਟ ਲੋ ਹੁੰਦੀ ਹੈ ਤੇ ਆਊਟਪੁੱਟ ਸਾਡੇ ਕੋਲ ਹਾਈ ਮਿਲ ਰਹੀ ਹੈ। ਅਗਰ ਮੈਂ ਦੋਨੋਂ ਕਨੈਕਟ ਕਰ ਦੂੰਗਾ ਫਿਰ ਵੀ ਸਾਡੇ ਕੋਲ ਆਊਟਪੁੱਟ ਲੋ ਉਦੋਂ ਆਏਗੀ ਜਦੋਂ ਦੋਨੋਂ ਇਨਪੁਟਸ ਹਾਈ ਹੋਣਗੀਆਂ। ਹਾਈ ਉਦੋਂ ਆਣੀ ਹੈ ਜਦੋਂ ਹਾਈ ਬਲਬ ਉਦੋਂ ਗਲੋ ਹੋ ਰਿਹਾ ਜਦੋਂ ਸਾਡੇ ਕੋਲ ਇੱਕ ਜਾਂ ਦੋਨੋਂ ਇਨਪੁਟਸ ਜਿਹੜੀਆਂ ਹਾਈ ਆ ਰਹੀਆਂ ਕਲੌਕ ਪਲਸਸ ਤੇ। ਸੋ ਇਸ ਵੇ ਨਾਲ ਅਸੀਂ ਇਹਨੂੰ ਚੈੱਕ ਕਰ ਸਕਦੇ ਹਾਂ ਨੈਂਡ ਗੇਟ ਨੂੰ। ਸੋ ਨੈਕਸਟ ਜੋ ਅਸੀਂ ਕਰਦੇ ਹਾਂ ਉਹਦੇ ਤੇ ਕਰਦੇ ਹਾਂ ਅਸੀਂ ਨੌਰ ਗੇਟ ਤੇ। ਹੁਣ ਨੌਰ ਗੇਟ ਕੀ ਹੈਗਾ? ਨੌਰ ਗੇਟ ਕੀ ਹੈ? It is made of combinations of OR gate and NOT gate। ਜਿਹੜਾ NOR gate ਹੈ ਉਹ ਕਿਹਦੇ combinations ਤੋਂ ਬਣਿਆ? OR gate ਦੇ ਤੇ NOT gate ਦੇ combinations ਤੋਂ ਬਣਿਆ ਹੁੰਦਾ। ਤੇ ਇਹਦੀ ਜਿਹੜੀ ਆਊਟਪੁੱਟ ਆ ਹਾਈ ਹੁੰਦੀ ਹੈ, ਇਹਦੀ ਆਊਟਪੁੱਟ ਜਿਹੜੀ ਉਹ ਹਾਈ ਹੋਏਗੀ ਅਗਰ ਸਾਰੇ ਇਹਦੀਆਂ ਇਨਪੁਟਸ ਜਿਹੜੀਆਂ ਉਹ ਲੋ ਹੋਣਗੀਆਂ, ਇਫ ਆਲ ਇਨਪੁਟਸ ਆਰ ਲੋ। ਹੁਣ ਦੇਖੋ ਇਹਦਾ ਇੱਕ ਮੈਂ ਸਿੰਬੋਲਿਕ ਸਿੰਬਲ ਜਿਹੜਾ ਉਹ ਮੈਂ ਸ਼ੋ ਕੀਤਾ ਹੋਇਆ ਕਿ 2 ਇਨਪੁਟਸ ਨੇ A ਔਰ B, ਇਹ ਵਾਲੀ ਇਹਦੀ ਆਊਟਪੁੱਟ ਹੈ ਨੌਰ ਗੇਟ ਦੀ। ਹੁਣ ਆਊਟਪੁੱਟ ਇਹਦੀ ਕੀ ਕਿਹਾ ਕਿ ਆਊਟਪੁੱਟ ਹਾਈ ਉਦੋਂ ਆਉਣੀ ਆ ਜਦੋਂ ਸਾਰੇ ਹੀ ਇਨਪੁਟਸ ਜਿਹੜੇ ਇਹਦੇ ਲੋ ਹੋਣਗੇ। ਜਦੋਂ ਦੋਨੋਂ ਇਨਪੁਟਸ ਲੋ ਹੋਣਗੇ ਤੇ ਫਿਰ ਹੀ ਆਊਟਪੁੱਟ ਸਾਡੀ ਹਾਈ ਆਉਣੀ ਆ। ਜੇ ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਮੰਨ ਲਓ ਇਹ ਵਾਲੀ ਹਾਈ ਹੋ ਜਾਂਦੀ ਹੈ ਜਾਂ ਦੋਨੋਂ ਹਾਈ ਹੋ ਜਾਂਦੇ ਆ ਤੇ ਫਿਰ ਸਾਡੇ ਕੋਲ ਆਊਟਪੁੱਟ ਕੀ ਆ ਜਾਣੀ ਹੈ? ਲੋ ਆਣੀ ਹੈ।
ਜੇ ਅਸੀਂ ਇਹਨੂੰ ਹਾਈ ਕਰ ਦਿੰਦੇ ਆ ਫਸਟ ਨੂੰ, ਸੈਕੰਡ ਨੂੰ ਅਸੀਂ ਲੋ ਕਰ ਦਿੰਦੇ ਆ, ਇੱਕ ਦੋਨਾਂ ਦੇ ਵਿੱਚੋਂ ਹਾਈ ਹੈਗੀ ਆ, ਇਹ ਵਾਲੀ ਹਾਈ ਹੈ ਤੇ ਆਊਟਪੁੱਟ ਫਿਰ ਕੀ ਆ ਜਾਏਗੀ ਸਾਡੀ, ਲੋ ਆ ਜਾਏਗੀ। ਅਸੀਂ ਫਸਟ ਤੇ ਮੰਨ ਲਓ ਅਸੀਂ 0 ਅਪਲਾਈ ਕਰਦੇ ਆ, ਲੋ ਅਪਲਾਈ ਕਰਦੇ ਆ, ਤੇ ਸੈਕਿੰਡ ਜਿਹੜੀ ਹੈ ਇਨਪੁਟ ਉਹਦੇ ਤੇ ਅਸੀਂ ਹਾਈ ਅਪਲਾਈ ਕਰਦੇ ਆ, ਤੇ ਫਿਰ ਵੀ ਸਾਡੇ ਕੋਲ ਕੀ ਆਏਗੀ, ਆਊਟਪੁੱਟ ਕਿਹੜੀ ਆਏਗੀ, ਲੋ ਆਏਗੀ। ਇਹਦਾ ਮਤਲਬ ਇਹਦੇ ਤੇ ਆਊਟਪੁੱਟ ਹਾਈ ਲੈਣ ਲਈ ਸਾਨੂੰ ਆਲ ਇਨਪੁਟਸ ਜਿਹੜੀਆਂ ਦੋਨੋਂ ਇਨਪੁਟਸ ਜਿਹੜੀਆਂ ਉਹ ਲੋ ਕਰਨੀਆਂ ਪੈਣੀਆਂ। ਸੋ ਇਸ ਤਰ੍ਹਾਂ ਨਾਲ ਇਹਦੀ ਜਿਹੜੀ ਆਊਟਪੁੱਟ ਸਾਨੂੰ ਹਾਈ ਮਿਲੇਗੀ, ਅਦਰਵਾਈਜ਼ ਲੋ ਮਿਲੇਗੀ। ਜੇ ਅਸੀਂ ਇਹਦਾ ਟਰੁਥ ਟੇਬਲ ਦੇਖੀਏ, ਸੇਮ ਜਿਸ ਤਰ੍ਹਾਂ ਇਹਨੂੰ ਡਿਫਾਈਨ ਕੀਤਾ ਗਿਆ ਜਾਂ ਇੱਥੇ ਮੈਂ ਤੁਹਾਨੂੰ ਸਮਝਾਇਆ, ਤੇ ਦੇਖੀਏ ਕਿ ਇਹਦੇ ਦੋ ਇਨਪੁਟਸ ਹੈਗੇ ਨੇ A ਔਰ B, ਇੱਕ ਇਹਦੇ ਆ ਜਿਹੜੀ ਆਊਟਪੁੱਟ ਹਮੇਸ਼ਾ ਇਹਨਾਂ ਦੀ ਇੱਕੋ ਹੀ ਹੋਏਗੀ। ਹੁਣ ਜਦੋਂ ਦੋਨੋਂ ਲੋ ਸੀਗੇ, ਤੇ ਆਊਟਪੁੱਟ ਸਾਡੀ ਹਾਈ ਆ ਰਹੀ ਹੈ। ਬਾਕੀ ਤਿੰਨੋਂ ਸਟੇਟਸ ਦੇ ਵਿੱਚ, ਤਿੰਨੋਂ ਪੋਸੀਬਿਲਿਟੀਜ਼ ਦੇ ਵਿੱਚ ਆਊਟਪੁੱਟ ਸਾਡੀ ਲੋ ਆ ਰਹੀ ਹੈ। ਕਿਉਂ ਲੋ ਆ ਰਹੀ ਹੈ? ਕਿਉਂਕਿ ਇਹਦੀ ਨੌਰ ਗੇਟ ਲਈ ਕੀ ਹੁੰਦਾ ਕਿ ਆਊਟਪੁੱਟ ਹਾਈ ਉਦੋਂ ਆਉਣੀ ਹੈ ਜਦੋਂ ਸਾਰੇ ਹੀ ਇਨਪੁੱਟ ਜਿਹੜੇ ਇਹਦੇ ਲੋ ਹੋਣਗੇ। ਇੱਥੇ ਹੁਣ ਦੇਖੋ ਆਲ ਇਨਪੁੱਟਸ ਲੋ ਨਹੀਂ ਹੈਗੇ, ਇਹਨਾਂ 'ਚ ਇਹ ਵਾਲਾ ਹਾਈ ਹੋ ਗਿਆ, ਇਹਨਾਂ ਦੇ ਵਿੱਚ ਜਿਹੜਾ ਉਹ A ਇਨਪੁੱਟ ਹਾਈ ਹੋ ਗਈ, ਸੋ ਆਊਟਪੁੱਟ ਸਾਡੇ ਕੋਲ ਹਾਈ ਨਹੀਂ ਆਏਗੀ, ਲੋ ਆਏਗੀ। ਥਰਡ ਪੋਸੀਬਿਲਿਟੀ ਦੇਖੀਏ ਤਾਂ ਦੋਨੋਂ ਇਨਪੁਟਸ ਹਾਈ ਹੋ ਗਈਆਂ, ਤੇ ਇਹਦੇ ਵਿੱਚ ਵੀ ਸਾਡੇ ਕੋਲ ਆਊਟਪੁੱਟ ਜਿਹੜੀ ਆ ਉਹ ਲੋ ਆ ਰਹੀ ਹੈ। ਸੇਮ ਵੇ ਨਾਲ ਜੇ 3 ਇਨਪੁਟਸ ਨੌਰ ਗੇਟ ਹੈ, ਜੇ 3 ਇਨਪੁਟਸ ਨੌਰ ਗੇਟ ਹੈ, ਤਾਂ ਅਸੀਂ ਜੇ ਦੇਖੀਏ ਕਿ ਜਦੋਂ ਇਹ ਆਊਟਪੁੱਟ ਹਾਈ ਸਾਨੂੰ ਉਦੋਂ ਮਿਲਣੀ ਹੈ, ਆਊਟਪੁੱਟ ਹਾਈ ਉਦੋਂ ਮਿਲਣੀ ਹੈ ਜਦੋਂ ਤਿੰਨੋਂ ਇਨਪੁਟਸ ਜਿਹੜੀਆਂ ਨੇ ਲੋ ਹੋਣਗੀਆਂ, ਤਿੰਨੋਂ ਇਨਪੁਟਸ ਲੋ ਸਟੇਟ ਦੇ ਵਿੱਚ ਹੋਣਗੀਆਂ, ਤਿੰਨੋਂ ਇਨਪੁਟਸ ਲੋ ਹੋਣਗੀਆਂ ਤਾਂ ਆਊਟਪੁੱਟ ਹਾਈ ਮਿਲਣੀ ਆ। ਇਨ ਕੇਸ ਸਾਡੇ ਕੋਲ ਇਹਨਾਂ ਦੇ ਵਿੱਚੋਂ ਇੱਕ ਵੀ ਇਨਪੁਟ ਹਾਈ ਹੋ ਜਾਂਦੀ ਹੈ, ਬਾਕੀ ਅਸੀਂ ਲੋ ਰਹਿੰਦੀ ਹੈ ਚਾਹੇ ਦੋਨੋਂ, ਤੇ ਆਊਟਪੁੱਟ ਸਾਡੇ ਕੋਲ ਕੀ ਮਿਲ ਜੇਗੀ, ਕੀ ਆਉਣੀ ਹੈ, ਫਿਰ ਲੋ ਆਉਣੀ ਹੈ। ਫੋਰ ਐਗਜ਼ਾਮਪਲ ਅਸੀਂ ਇਹਨੂੰ 0 ਰਹਿਣ ਦਿੰਨੇ ਆ, ਇਹਨੂੰ ਅਸੀਂ 1 ਕਰ ਦਿੰਨੇ ਆ, ਇਹਨੂੰ ਵੀ ਅਸੀਂ 1 ਕਰ ਦਿੰਨੇ ਆ। ਹੁਣ ਦੇਖੋ ਸਾਡੇ ਕੋਲ ਫਿਰ ਕੀ ਹੋਇਆ ਕਿ ਦੋ ਇਨਪੁਟਸ ਇਹਦੇ ਚ ਹਾਈ ਆ ਰਹੀਆਂ, ਇਹਦਾ ਮਤਲਬ ਆਊਟਪੁੱਟ ਫਿਰ ਕੀ ਹੋ ਜਾਏਗੀ, ਲੋ ਹੋ ਜਾਏਗੀ। ਇਟ ਮੀਨਸ ਕੀ ਹੁੰਦਾ ਕਿ ਆਊਟਪੁੱਟ ਹਾਈ ਉਦੋਂ ਆਉਣੀ ਹੈ ਜਦੋਂ ਆਲ ਇਨਪੁਟਸ ਜਿਹੜੀਆਂ ਇਹਦੀਆਂ ਉਹ ਕੀ ਹੁੰਦੀਆਂ, ਲੋ ਹੁੰਦੀਆਂ। ਸੇਮ ਵੇ ਨਾਲ ਟਰੁਥ ਟੇਬਲ ਦੇ ਵਿੱਚ ਹੈ ਕਿ ਤਿੰਨੋਂ ਇਨਪੁਟਸ ਜਿਹੜੀਆਂ ਇਹਦੀਆਂ ਲੋ ਸੀਗੀਆਂ ਤੇ ਆਊਟਪੁੱਟ ਹਾਈ ਆ ਰਹੀ ਹੈ। ਬਾਕੀ ਜਿੰਨੇ ਵੀ ਸਟੇਟਸ ਹੈਗੀਆਂ ਇਹਦੀਆਂ ਇਨਪੁਟ ਪੋਸੀਬਿਲਿਟੀਜ਼ ਹੈ, ਉਹਨਾਂ ਦੇ ਵਿੱਚ ਇਹਦੀ ਆਊਟਪੁੱਟ ਜਿਹੜੀ ਲੋ ਆ ਰਹੀ ਹੈ। ਕਿਉਂ ਲੋ ਆ ਰਹੀ ਹੈ? ਕਿਉਂਕਿ ਕਿਤੇ ਨਾ ਕਿਤੇ ਇਨਪੁਟ ਜਿਹੜੀ ਆ ਉਹ ਸਾਡੀ ਹਾਈ ਆ ਰਹੀ ਹੈ। ਇੱਥੇ ਦੇਖੀਏ ਇਹ ਹਾਈ ਹੈ, ਇੱਥੇ ਦੇਖੀਏ ਤੇ ਸੈਕਿੰਡ ਇਨਪੁਟ ਹਾਈ ਹੈ, ਇੱਥੇ ਦੇਖੀਏ ਤੇ ਇਹ ਦੋਨੋਂ ਇਨਪੁਟਸ ਹਾਈ ਨੇ ਇਹਦੀਆਂ, ਇਹਦੇ ਚ ਦੇਖੀਏ ਤੇ ਇੱਕ ਇਨਪੁਟ ਹਾਈ ਹੈ, ਇਹਦੇ ਚ ਦੇਖੀਏ ਤੇ ਪਹਿਲੀ ਤੇ ਤੀਜੀ ਇਨਪੁਟ ਹਾਈ ਹੈ। ਸੇਮ ਵੇ ਨਾਲ ਇੱਥੇ ਦੋ ਇਨਪੁਟਸ ਹਾਈ ਨੇ, ਇੱਥੇ ਦੇਖੀਏ ਤੇ ਤਿੰਨੋਂ ਇਨਪੁਟਸ ਜਿਹੜੀਆਂ ਸਾਡੀਆਂ ਹਾਈ ਆ ਰਹੀ ਹੈ। ਇਹਦਾ ਮਤਲਬ ਆਊਟਪੁੱਟ ਹਾਈ ਲੈਣ ਲਈ ਤਿੰਨੋਂ ਇਨਪੁਟਸ ਲੋ ਕਰਨੀਆਂ ਪੈਣੀਆਂ ਸਾਨੂੰ, ਜੇ ਅਸੀਂ ਹਾਈ ਆਊਟਪੁੱਟ ਲੈਣੀ ਹੈ ਤਾਂ। ਜੇ ਹਾਈ ਆਊਟਪੁੱਟ ਲੈਣੀ ਹੈ ਤਾਂ ਤਿੰਨੋਂ ਇਨਪੁਟਸ ਤੇ ਜਿਹੜਾ ਕਲੌਕ ਪਲਸ ਹੈ ਉਹ ਸਾਨੂੰ ਕਿਵੇਂ ਅਪਲਾਈ ਕਰਨੀ ਪਏਗੀ, ਲੋ ਕਲੌਕ ਪਲਸ ਅਪਲਾਈ ਕਰਨੀ ਪਏਗੀ। ਸੋ ਇਸ ਨੂੰ ਮੈਂ ਥੋੜਾ ਪਰਫਾਰਮ ਕਰਕੇ ਦੱਸਦਾ। ਇਹ ਸੀਗਾ ਸਾਡਾ ਨੌਰ ਗੇਟ। ਨੌਰ ਗੇਟ, ਇਹ ਦੋ ਇਨਪੁਟਸ ਨੌਰ ਗੇਟ ਲੈ ਲਿਆ, ਇਹਦੇ ਵਿੱਚ ਇੱਕ ਟੌਗਲ ਸਵਿਚ ਨਾਲ ਅਸੀਂ ਪਹਿਲਾਂ ਕਰ ਲੈਂਦੇ ਆ, ਉਸ ਤੋਂ ਬਾਅਦ ਕਲੌਕ ਪਲਸ ਨਾਲ ਕਰ ਲਵਾਂਗੇ। ਟੌਗਲ ਸਵਿਚਸ ਲੈ ਲਏ ਦੋ। ਆਊਟਪੁੱਟ ਲੈਣ ਲਈ ਅਸੀਂ ਇੱਕ ਇੱਥੇ ਬਲਬ ਲਵਾਂਗੇ ਜਿਹਦੇ ਕ੍ਰੋਸ ਅਸੀਂ ਆਊਟਪੁੱਟ ਲੈਣਾ। ਹੁਣ ਅਸੀਂ ਇਹਨਾਂ ਨੂੰ ਕਨੈਕਸ਼ਨ ਕਰਦੇ ਹਾਂ ਕਿ ਪਹਿਲੀ ਇਨਪੁਟ ਤੇ ਵੀ ਅਪਲਾਈ ਕਰ ਦਿੱਤੀ ਇਨਪੁਟ, ਦੂਸਰੀ ਇਨਪੁਟ ਤੇ ਵੀ ਸਿਗਨਲ ਅਪਲਾਈ ਕਰ ਦਿੱਤਾ, ਤੇ ਆਊਟਪੁੱਟ ਤੇ ਹੁਣ ਦੇਖੋ ਇਹਦੇ ਵਿੱਚ ਇਹੀ ਸੀਗਾ ਕਿ ਜਦੋਂ ਨੌਰ ਗੇਟ ਦੇ ਵਿੱਚ ਇਸੇ ਤਰ੍ਹਾਂ ਸੀਗਾ। ਹੁਣ ਦੇਖੋ ਬਲਬ ਗਲੋ ਕਰ ਰਿਹਾ, ਕਿਉਂ ਗਲੋ ਕਰ ਰਿਹਾ? ਕਿ ਦੋਨੋਂ ਸਵਿਚਸ ਕਿਹੜੇ ਆਫ ਸਟੇਟ ਦੇ ਵਿੱਚ ਆ, ਆਫ ਸਟੇਟ ਦੇ ਵਿੱਚ ਆ ਮੀਨਸ ਲੋ ਹੈਗੇ ਨੇ। ਇਹਨਾਂ ਨੂੰ ਜਿਹੜੇ ਗੇਟਸ ਨੂੰ, ਨੌਰ ਗੇਟ ਨੂੰ ਜੋ ਵੀ ਡਾਟਾ ਮਿਲ ਰਿਹਾ ਇਸ ਟਾਈਮ ਤੇ ਲੋ ਸਟੇਟ ਦੇ ਵਿੱਚ ਮਿਲ ਰਿਹਾ ਆ। ਦੋਨੋਂ ਸਵਿਚਸ ਆਫ ਸਟੇਟ ਦੇ ਵਿੱਚ ਆ। ਆਫ ਸਟੇਟਸ ਦਾ ਮਤਲਬ ਕੀ ਹੈਗਾ
ਇਹ ਦੋਨੋਂ ਹੀ ਇਨਪੁਟਸ ਇਹਨੂੰ ਲੋ ਮਿਲ ਰਹੇ ਆ ਤੇ ਇਹਦੀ ਜਿਹੜੀ ਨੌਰ ਗੇਟ ਦਾ ਹੈਗਾ ਉਹਦੇ ਲਈ ਇਹੀ ਹੈਗਾ ਕਿ ਨੌਰ ਗੇਟ ਲਈ ਕਿ ਦੋਨੋਂ ਇਨਪੁਟਸ ਜਾਂ ਇਹਦੀ ਆਲ ਇਨਪੁਟਸ ਜਿਹੜੇ ਆ ਉਹ ਲੋ ਹੋਣਗੇ ਤਾਂ ਆਉਟਪੁੱਟ ਇਹਦੀ ਲੋ ਆਉਂਦੀ ਆ, ਅਦਰਵਾਈਜ਼ ਆਉਟਪੁੱਟ ਇਹਦੀ ਸਾਨੂੰ ਹਾਈ ਆਏਗੀ। ਫੋਰ ਐਗਜ਼ਾਮਪਲ ਮੈਂ ਹੁਣ ਤੁਹਾਨੂੰ ਇੱਕ ਇਨਪੁੱਟ ਇਹਦੀ ਮੈਂ ਹਾਈ ਕਰਕੇ ਦੱਸਦਾ, ਜੇ ਇੱਕ ਵੀ ਇਹਦੀ ਇਨਪੁੱਟ ਹਾਈ ਕਰ ਦੇਵਾਂਗੇ ਤੇ ਆਉਟਪੁੱਟ ਸਾਡੀ ਜਿਹੜੀ ਆ ਉਹ ਲੋ ਆਏਗੀ, ਮਤਲਬ ਜਿਹੜਾ ਗਲੋ ਨਹੀਂ ਹੋਏਗਾ। ਮੈਂ ਪਹਿਲੇ ਇਹਨੂੰ ਲੋ ਕਰ ਦਿੰਦਾ, ਹਾਈ ਕਰ ਦਿੰਦਾ, ਪਹਿਲੇ ਸਵਿਚ ਨੂੰ ਅਸੀਂ ਹਾਈ ਕਰਦੇ ਹਾਂ ਤੇ ਆਉਟਪੁੱਟ ਸਾਡੀ ਲੋ ਆ ਰਹੀ ਹੈ। ਹੁਣ ਮੈਂ ਦੋਨੋਂ ਹੀ ਹਾਈ ਕਰ ਦਿੰਦਾ, ਫਿਰ ਵੀ ਲੋ ਆ ਰਹੀ ਹੈ। ਹਾਈ ਕਦੋਂ ਆਣੀ ਹੈ? ਜਦੋਂ ਦੋਨੋਂ ਇਨਪੁਟਸ ਲੋ ਹੋਣਗੀਆਂ। ਜੇ ਇੱਕ ਵੀ ਇਨਪੁਟ ਸਾਡੀ ਹਾਈ ਹੋ ਰਹੀ ਆ ਤਾਂ ਆਉਟਪੁੱਟ ਸਾਨੂੰ ਹਾਈ ਨਹੀਂ ਮਿਲੇਗੀ, ਆਉਟਪੁੱਟ ਸਾਨੂੰ ਲੋ ਮਿਲਣੀ ਹੈ। ਫੋਰ ਐਗਜ਼ਾਮਪਲ ਇਹਨਾਂ ਚੋਂ ਅਸੀਂ ਇੱਕ ਨੂੰ ਲੋ ਕਰ ਦਿੰਦੇ ਆ ਔਰ ਦੂਸਰੀ ਨੂੰ ਅਸੀਂ ਹਾਈ ਕਰ ਦਿੰਦੇ ਆ। ਜੇ ਅਸੀਂ ਦੋਨਾਂ ਨੂੰ ਹਾਈ ਕਰ ਦਈਏ ਤੇ ਫਿਰ ਵੀ ਸਾਡੀ ਜਿਹੜੀ ਆਉਟਪੁੱਟ ਲੋ ਆਣੀ ਆ। ਹਾਈ ਉਦੋਂ ਹੀ ਆਏਗੀ ਜਦੋਂ ਦੋਨੋਂ ਇਨਪੁਟਸ ਜਿਹੜੇ ਇਹਦੇ ਆ ਉਹ ਲੋ ਹੋਣਗੇ। ਇਹਦਾ ਮਤਲਬ ਨੌਰ ਗੇਟ ਕਿਵੇਂ ਪਰਫਾਰਮ ਕਰ ਰਿਹਾ, ਇਹ ਪ੍ਰੈਕਟੀਕਲੀ ਪਰਫਾਰਮ ਇਸ ਤਰ੍ਹਾਂ ਨਾਲ ਕਰ ਰਿਹਾ ਕਿ ਇਹਦੇ ਜਿਹੜੇ ਆਉਟਪੁੱਟ ਸਾਨੂੰ ਉਦੋਂ ਹੀ ਆਉਟਪੁੱਟ ਜਿਹੜੀ ਅਸੀਂ ਹਾਈ ਲੈਣੀ ਆ, ਹਾਈ ਲੈਣ ਲਈ ਸਾਨੂੰ ਇਹਦੇ ਜਿਹੜੇ ਇਨਪੁੱਟ ਤੇ ਜਿਹੜੇ ਕਲੌਕ ਪਲਸਸ ਅਸੀਂ ਅਪਲਾਈ ਕਰਨੇ ਆ ਉਹ ਸਾਨੂੰ ਲੋ ਅਪਲਾਈ ਕਰਨੇ ਪੈਣਗੇ ਤੇ ਅਸੀਂ ਜਿਹੜੀ ਆਉਟਪੁੱਟ ਜਿਹੜੀ ਆ ਉਹ ਅਸੀਂ ਹਾਈ ਲੈ ਸਕਦੇ ਹਾਂ। ਸੋ ਇਸ ਨੂੰ ਅਸੀਂ ਥੋੜਾ ਮੈਂ ਜਿਹੜੀਆਂ 3 ਕਲੌਕ ਪਲਸਸ ਲੈ ਲੈਂਦੇ ਆ, ਫੋਰ ਐਗਜ਼ਾਮਪਲ 3 ਇਨਪੁਟਸ ਲੈ ਲੈਂਦੇ ਆ, ਇਹਦੀਆਂ ਅਸੀਂ 3 ਇਨਪੁਟਸ ਲੈ ਲੈਂਦੇ ਆ। ਹੁਣ ਇੱਕ ਸਵਿਚ ਹੋਰ ਅਪਲਾਈ ਕਰਾਂਗੇ ਇਹਦੇ ਤੇ, ਇੱਕ ਸਵਿਚ ਹੋਰ ਅਪਲਾਈ ਕਰਦੇ ਆ, 3 ਇਨਪੁਟਸ ਨਾਲ ਪਰਫਾਰਮ ਕਰਕੇ ਦੇਖਦੇ ਆ। ਹੁਣ ਦੇਖੋ ਜਦੋਂ ਤਿੰਨੋਂ ਇਨਪੁਟਸ ਲੋ ਨੇ ਤੇ ਆਉਟਪੁੱਟ ਫਿਰ ਸਾਡੇ ਕੀ ਆਈ? ਹਾਈ ਆਈ। ਮੀਨਸ ਇਹਦਾ ਕੀ ਹੈ ਕਿ ਤਿੰਨੋਂ ਇਨਪੁਟਸ ਜਿਹੜੇ ਆਲ ਇਨਪੁਟਸ ਲੋ ਹੋਣੇ ਚਾਹੀਦੇ ਆ। ਜੇ 4 ਇਨਪੁਟਸ ਦਾ ਅਸੀਂ ਬਣਾਉਂਦੇ ਆ, ਮੰਨ ਲਓ ਅਸੀਂ 4 ਇਨਪੁਟਸ ਲੈ ਲੈਂਦੇ ਆ, 4 ਇਨਪੁਟਸ ਲੈ ਲੈਂਦੇ ਆ ਤੇ ਚੌਥੀ ਇਨਪੁਟ ਤੇ ਸਾਨੂੰ ਵੀ ਇੱਕ ਹੋਰ ਜਿਹੜਾ ਸਵਿਚ ਦੇ ਰਾਹੀਂ ਅਸੀਂ ਇਹਦੇ ਤੇ ਸਿਗਨਲ ਅਪਲਾਈ ਕਰਦੇ ਆ ਚੌਥੀ ਇਨਪੁਟ ਤੇ ਵੀ। ਫਿਰ ਵੀ ਦੇਖੋ ਕਿ ਜਦੋਂ ਚਾਰੋਂ ਅਸੀਂ ਇਨਪੁਟਸ ਲੈ ਲਈਆਂ, ਜਦੋਂ ਚਾਰੋਂ ਇਨਪੁਟਸ ਜਿਹੜੀਆਂ ਇਹਦੀਆਂ ਲੋ ਤਾਂ ਆਉਟਪੁੱਟ ਹਾਈ ਆ ਰਹੀ ਹੈ। ਜੇ ਅਸੀਂ ਇਹਨਾਂ ਚੋਂ ਇੱਕ ਵੀ ਅਸੀਂ ਹਾਈ ਕਰ ਦਿੱਤੀ ਤੇ ਆਉਟਪੁੱਟ ਸਾਡੀ ਲੋ ਆਣੀ ਆ। ਦੇਖੋ ਇਹਨਾਂ ਚੋਂ ਕੋਈ ਵੀ ਇੱਕ ਹਾਈ ਕਰ ਦੋ, ਕੋਈ ਵੀ ਇੱਕ ਹਾਈ ਕਰਕੇ ਦੇਖੋ, ਆਉਟਪੁੱਟ ਜਿਹੜੀ ਸਾਨੂੰ ਲੋ ਹੀ ਮਿਲੇਗੀ, ਆਉਟਪੁੱਟ ਲੋ ਹੀ ਮਿਲੇਗੀ। ਸੋ ਆਉਟਪੁੱਟ ਹਾਈ ਕਰਨ ਲਈ ਅਸੀਂ ਕੀ ਕਰਨਾ ਪੈਣਾ? ਸਾਨੂੰ ਸਾਰੀਆਂ ਹੀ ਇਨਪੁਟਸ ਇਹਦੀਆਂ ਲੋ ਕਰਨੀਆਂ ਪੈਣੀਆਂ ਨੇ। ਜਦੋਂ ਆਉਟਪੁੱਟ ਹਾਈ ਲੈਣੀ ਆ ਤਾਂ ਇਨਪੁਟਸ ਤੇ ਜੋ ਕਲੌਕ ਸਿਗਨਲ ਹੈ ਉਹਨੂੰ ਸਾਡੇ ਕੋਲ ਲੋ ਰੱਖਣਾ ਪਏਗਾ। ਸੋ ਇਸ ਨੂੰ ਥੋੜਾ ਜਿਹਾ ਵੱਧ ਕਰ ਸਕਦੇ ਹਾਂ। ਇੱਥੇ ਮੈਂ ਟਾਈਮ ਜਿਹੜਾ ਉਹ ਅਸੀਂ ਘਟਾ ਲੈਂਦੇ ਹਾਂ ਥੋੜਾ, ਇਸ ਤੇ ਵੀ ਮੈਂ ਟਾਈਮ ਨੂੰ ਥੋੜਾ ਚੇਂਜ ਕਰ ਰਿਹਾ। ਜਦੋਂ ਅਸੀਂ ਟਾਈਮ ਨੂੰ ਅਸੀਂ ਥੋੜਾ ਮੈਂ ਕਲੌਕ ਪਲਸ ਨੂੰ ਤੇ ਜਿਹੜਾ ਟਾਈਮ ਆ ਉਹਨੂੰ ਥੋੜਾ ਘੱਟ ਕੀਤਾ, ਦੇਖੋ ਸਲੋ ਚੱਲ ਰਿਹਾ ਟਾਈਮ। ਹੁਣ ਧਿਆਨ ਨਾਲ ਦੇਖੀਏ, ਅਸੀਂ ਇੱਕ ਟਾਈਮ ਤੇ ਬਲਬ ਗਲੋ ਕਰ ਰਿਹਾ, ਦੂਸਰੇ ਟਾਈਮ ਤੇ ਬਲਬ ਜਿਹੜਾ ਗਲੋ ਨਹੀਂ ਕਰ ਰਿਹਾ। ਗਲੋ ਦੋਨਾਂ ਨੂੰ ਦੇਖੋ ਜਰਾ, ਇੱਕ ਮਿੰਟ, ਦੋ ਇਨਪੁਟਸ ਨਾਲ ਸ਼ੋ ਕਰਤਾ। ਦੋ ਇਨਪੁਟਸ ਨਾਲ ਜਦੋਂ ਅਸੀਂ ਕਰਦੇ ਹਾਂ, ਦੇਖੋ ਜਦੋਂ ਤਾਂ ਦੋਨੋਂ ਹਾਈ ਹੋ ਰਹੇ ਆ, ਦੇਖੋ ਦੋਨੋਂ ਹਾਈ ਹੋ ਰਹੇ ਆ ਤਾਂ ਆਉਟਪੁੱਟ ਲੋ ਆਏਗੀ। ਜਦੋਂ ਇੱਕ ਵੀ ਇਨਪੁੱਟ ਇਹਨਾਂ ਦੀ ਹਾਈ ਹੋ ਰਹੀ ਆ ਤੇ ਕੋਈ ਇਹਨਾਂ ਚੋਂ ਇੱਕ ਇਨਪੁੱਟ ਹਾਈ ਹੋਣੀ ਚਾਹੀਦੀ ਆ, ਫਿਰ ਹੀ ਆਉਟਪੁੱਟ ਜਿਹੜੀ ਆ ਉਹ ਹਾਈ ਮਿਲੇਗੀ। ਸੋ ਅਸੀਂ ਇਹ ਸਾਡਾ ਹੋ ਗਿਆ ਜਿਹੜਾ ਸੀਗਾ XOR ਗੇਟ। ਹੁਣ ਨੈਕਸਟ ਕਰਦੇ ਆ XNOR ਗੇਟ ਨੂੰ। XNOR ਗੇਟ, XNOR ਗੇਟ ਦੇ ਵਿੱਚ ਕੀ ਹੈਗਾ? XNOR ਗੇਟ XNOR ਗੇਟ ਇਹਦੇ ਵਿੱਚ ਅਸੀਂ ਟੌਗਲ ਸਵਿਚ ਨਾਲ ਪਹਿਲਾਂ ਕਰਕੇ ਦੇਖ ਲੈਂਦੇ ਆ। ਟੌਗਲ ਸਵਿਚ ਲੈ ਲਏ ਅਸੀਂ,
ਇੱਕ ਅਸੀਂ ਆਊਟਪੁੱਟ ਲਈ ਜਿਵੇਂ ਪਹਿਲਾਂ ਲੈ ਰਹੇ ਹਾਂ ਇੱਕ ਲੈਂਪ ਲੈ ਰਹੇ ਹਾਂ, ਉਹਦੇ ਕ੍ਰੋਸ ਅਸੀਂ ਚੈੱਕ ਕਰ ਲਵਾਂਗੇ ਆਊਟਪੁੱਟ। ਹਾਂ, ਹੁਣ ਅਸੀਂ ਕੀ ਦੇਖ ਰਹੇ ਹਾਂ ਇਹਦੇ ਚ, ਹੁਣ ਜਿਹੜਾ ਐਕਸ ਨੋਰ ਗੇਟ ਹੁੰਦਾ, ਐਕਸ ਨੋਰ ਗੇਟ ਜਿਹੜਾ ਹੁੰਦਾ ਉਹਦੇ ਵਿੱਚ ਕੀ ਹੁੰਦਾ, ਐਕਸ ਨੋਰ ਗੇਟ ਦੇ ਵਿੱਚ ਕੀ ਹੁੰਦਾ ਕਿ ਇਹਦੀ ਆਊਟਪੁੱਟ ਜਿਹੜੀ ਸਾਨੂੰ ਉਹ ਹਾਈ ਉਦੋਂ ਮਿਲਣੀ ਹੈ ਜਦੋਂ ਜਾਂ ਤਾਂ ਦੋਨੋਂ ਇਨਪੁਟਸ ਇਹਦੀਆਂ ਲੋ ਹੋਣ ਜਾਂ ਦੋਨੋਂ ਹੀ ਇਨਪੁਟਸ ਹਾਈ ਹੋਣ। ਆਊਟਪੁੱਟ ਹਾਈ ਕਦੋਂ ਮਿਲਣੀ ਹੈ, ਜਦੋਂ ਆਲ ਇਨਪੁਟਸ ਲੋ ਹੋਣ ਜਾਂ ਫਿਰ ਆਲ ਇਨਪੁਟਸ ਹਾਈ ਹੋਣ। ਹੁਣ ਇੱਥੇ ਦੇਖ ਰਹੇ ਹਾਂ ਅਸੀਂ ਦੋਨੋਂ ਇਨਪੁਟਸ ਜਿਹੜੀਆਂ ਨੇ ਉਹ ਲੋ ਨੇ ਤਾਂ ਆਊਟਪੁੱਟ ਹਾਈ ਆ ਰਹੀ ਹੈ। ਮੈਂ ਦੋਨੋਂ ਇਨਪੁਟਸ ਹਾਈ ਕਰਕੇ ਦੇਖਦਾ, ਦੋਨੋਂ ਇਨਪੁਟਸ ਹਾਈ ਕਰਦੇ ਆ ਤਾਂ ਫਿਰ ਵੀ ਦੇਖੋ ਆਊਟਪੁੱਟ ਜਿਹੜੀ ਆ ਹਾਈ ਆ ਰਹੀ ਹੈ। ਆਊਟਪੁੱਟ ਦੋਨੋਂ ਇਨਪੁਟਸ ਹਾਈ ਕੀਤੀਆਂ, ਆਊਟਪੁੱਟ ਹਾਈ ਆਈ। ਦੋਨੋਂ ਇਨਪੁਟਸ ਲੋ ਕਰਦੇ ਆ ਤਾਂ ਆਊਟਪੁੱਟ ਵੀ ਹਾਈ ਆਈ। ਜੇ ਅਸੀਂ ਇਹਨਾਂ ਦੇ ਵਿੱਚੋਂ ਇੱਕ ਵੀ ਇਨਪੁਟ ਨੂੰ ਅਸੀਂ ਲੋ ਕਰ ਦਿੰਨੇ ਆ, ਦੇਖੋ ਇੱਕ ਇਨਪੁਟ ਲੋ ਹੈ ਤਾਂ ਆਊਟਪੁੱਟ ਸਾਡੀ ਲੋ ਆਏਗੀ। ਮੈਂ ਇਸ ਨੂੰ ਲੋ ਕਰ ਦਿੱਤਾ ਸੈਕਿੰਡ ਨੂੰ ਔਰ ਫਸਟ ਨੂੰ ਹਾਈ ਕਰ ਦਿੱਤਾ, ਇੱਕ ਇਹਨਾਂ ਦੇ ਵਿੱਚੋਂ ਲੋ ਹੋ ਗਈ ਹੈ, ਆਊਟਪੁੱਟ ਜਿਹੜੀ ਸਾਡੇ ਕੋਲ ਕੀ ਆਈ ਆ, ਜਿਹੜੀ ਆ ਉਹ ਹਾਈ ਲੋ ਆ ਰਹੀ ਹੈ। ਸੋ ਇਹਦੇ ਲਈ ਸਾਨੂੰ ਕੀ ਕਰਨਾ ਪਏਗਾ, ਦੋਨੋਂ ਇਨਪੁਟਸ ਜਿਹੜੇ ਆ ਇਹ ਗੇਟ ਕਿਵੇਂ ਪਰਫਾਰਮ। ਸੋ ਇਹ ਸੀਗਾ ਸਾਡਾ ਆਪਣੇ ਐਕਸ ਨੋਰ ਗੇਟ। ਇਹਨੂੰ ਕਲੌਕ ਪਲਸ ਨਾਲ ਇੱਕ ਵਾਰੀ ਸਮਝਾਉਣਾ ਚਾਹੁੰਦਾ ਕਿ ਐਕਸ ਨੋਰ ਗੇਟ ਲਿਆ ਅਸੀਂ, ਐਕਸ ਨੋਰ ਗੇਟ ਲਿਆ ਤੇ ਇਹਦੇ ਵਿੱਚ ਕਲੌਕ ਪਲਸ ਰਾਹੀਂ ਅਸੀਂ ਸਿਗਨਲ ਅਪਲਾਈ ਕਰਦੇ ਹਾਂ। ਕਲੌਕ ਪਲਸ ਰਾਹੀਂ ਅਸੀਂ ਸਿਗਨਲ ਨੂੰ ਅਪਲਾਈ ਕਰਦੇ ਹਾਂ। ਇੱਕ ਅਸੀਂ ਬਲਬ ਲੈ ਲਿਆ, ਇੱਕ ਅਸੀਂ ਇਹਦੇ ਤੇ ਬਲਬ ਲੈ ਲਿਆ। ਸੋ ਜਦੋਂ ਇਹਨਾਂ ਤੇ ਕਲੌਕ ਪਲਸ ਅਸੀਂ ਅਪਲਾਈ ਕਰਾਂਗੇ, ਕਲੌਕ ਪਲਸ ਅਪਲਾਈ ਕਰ ਰਹੇ ਹਾਂ, ਆਊਟਪੁੱਟ ਜਿਹੜੀ ਆ ਉਹ ਇੱਕ ਬਲਬ ਦੇ ਨਾਲ ਕਨੈਕਟ ਕਰ ਰਹੇ ਹਾਂ। ਹੁਣ ਦੇਖੋ ਆਊਟਪੁੱਟ ਜਿਹੜੀ ਆ ਉਹ, ਇਹਦਾ ਟਾਈਮ ਥੋੜਾ ਕੁ ਮੈਂ ਕੱਟ ਕਰ ਦਿੰਨਾ ਤਾਂ ਜੋ ਜ਼ਿਆਦਾ ਕਲੀਅਰ ਹੋ ਜਾਏਗਾ। ਕਲੌਕ ਪਲਸ ਦਾ ਅਸੀਂ ਟਾਈਮ ਜਿਹੜਾ ਉਹ ਘੱਟ ਜਾਂ ਵੱਧ ਕਰ ਸਕਦੇ ਹੁੰਨੇ ਆ, ਇਹਨਾਂ ਦੇ ਜਿਹੜੇ ਸੀ ਟਾਈਮ ਜਿਹੜਾ ਉਹ ਮੈਂ ਕੱਟ ਕਰ ਦਿੱਤਾ। ਸੋ ਅਸੀਂ ਧਿਆਨ ਨਾਲ ਹੁਣ ਦੇਖੋ ਕਿ ਜਦੋਂ ਦੋਨੋਂ ਇਨਪੁਟਸ ਹਾਈ ਜਾਂ ਲੋ ਹੋਣਗੇ, ਇਸੇ ਕਰਕੇ ਉਦੋਂ ਹੀ ਸਾਡੀ ਆਊਟਪੁੱਟ ਹਾਈ ਆ ਰਹੀ ਹੈ। ਦੇਖੋ ਜਦੋਂ ਇਹ ਦੋਨੋਂ ਹਾਈ ਆ ਰਹੇ ਆ, ਦੋਨੋਂ ਹਾਈ, ਦੋਨਾਂ ਤੇ ਹਾਈ ਆ ਰਿਹਾ ਤੇ ਫਿਰ ਹੀ ਸਾਡੀ ਆਊਟਪੁੱਟ ਹਾਈ ਆਈ ਹੈ। ਜਦੋਂ ਇੱਕ ਵੀ ਸਾਡਾ ਲੋ ਹੋ ਗਿਆ ਤਾਂ ਆਊਟਪੁੱਟ ਜਿਹੜੀ ਆ ਉਹ ਸਾਡੀ, ਜਾਂ ਇੱਕ ਵੀ ਹਾਈ ਹੋ ਗਈ ਤਾਂ ਆਊਟਪੁੱਟ ਜਿਹੜੀ ਆ ਉਹ ਕੀ ਹੋਏਗੀ, ਲੋ ਹੋਏਗੀ। ਇਹਦਾ ਮਤਲਬ ਆਊਟਪੁੱਟ ਹਾਈ ਲੈਣ ਲਈ ਸਾਨੂੰ ਆਲ ਇਨਪੁਟਸ ਜਿਹੜੇ ਆ ਇਹਦੇ ਉਹ ਕੀ ਕਰਨੇ ਪੈਣੇ ਨੇ, ਹਾਈ ਕਰਨੇ ਪੈਣੇ ਆ ਜਾਂ ਲੋ ਕਰਨੇ ਪੈਣੇ ਆ। ਸੋ ਥੋੜਾ ਬੈਕ ਚਲਦੇ ਆ ਸਕਰੀਨ ਤੇ। ਸੋ ਨੈਕਸਟ ਜਿਹੜਾ ਮੇਰਾ ਕੋਈ ਟੌਪਿਕ ਹੋਏਗਾ ਉਹ ਹੋਏਗਾ ਮੰਡੇ ਨੂੰ ਹੋਏਗਾ। ਇਹ ਸੀਗੇ ਸਾਡੇ ਗੇਟ, ਜੋ ਕਿ ਸੈਕਿੰਡ ਪਾਰਟ ਸੀਗਾ ਇਹਦਾ, ਕਿ ਕਿਵੇਂ ਪਰ ਇਹਨਾਂ ਦੀ ਵਰਕ ਕਰਦੇ ਨੇ, ਇਹ ਪ੍ਰੈਕਟੀਕਲੀ ਕਿਵੇਂ ਵਰਕ ਕਰਦੇ ਨੇ। ਸੋ ਜਿਹੜਾ ਮੇਰਾ ਕੋਈ ਨੈਕਸਟ ਲੈਕਚਰ ਹੋਏਗਾ ਉਹ ਮੰਡੇ ਨੂੰ ਹੋਏਗਾ, ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਤੇ, ਜੋ ਕਿ ਟੌਪਿਕ ਹੋਏਗਾ ਅਸੀਂ ਲੈ ਲਾਂਗੇ ਏਰੀਆ ਤੇ ਲੈ ਲਾਂਗੇ, ਕਿ ਏਰੀਆ ਆਫ ਪਲੇਨ ਫਿਗਰਸ, ਏਰੀਆ ਐਂਡ ਪੈਰੀਮੀਟਰ ਦੋਨੋਂ ਕਰ ਲਾਂਗੇ, ਏਰੀਆ ਵੀ ਕਰਾਂਗੇ ਔਰ ਪੈਰੀਮੀਟਰ। ਇਸ ਤਰ੍ਹਾਂ ਦੇ ਕੁਐਸਚਨ ਡਿਸਕਸ ਕਰਾਂਗੇ ਜੋ ਪੇਪਰ ਦੇ ਵਿੱਚ ਤੁਹਾਨੂੰ ਆ ਸਕਦੇ ਨੇ। ਇਸ ਤਰ੍ਹਾਂ ਦੇ ਕੋਈ ਕੁਐਸਚਨ